पंजाबी शॉर्ट हैंड डिक्टेशन स्पीड 100 शब्द प्रति मिनट बी रेडी स्टार्ट। कई पंजाबी लेखकां नूं अक्सर ये गिला रहिंदा है कि कोई उसकी कदर नहीं करता डंडी। लेखक अक्सर अपने पल्लियों पैसे खर्च के अपनियां महान रचनावां छपवाउंदा है अते फिर किताब नूं रिओड़ियां वांग वंडदा है डंडी। जे लेखक सरकारी कर्मचारी होवे तां किताबां वंडण लई सब तो पहलां अपने सहकर्मियां नूं चुणदा है डंडी। सानू भी माँ बोली दी सेवा करदियां 12-13 साल हो चुके हन डंडी। अपने नाटकां विच तां मैं सथापति नूं वंगारदा हाँ, पर दिन रात इसे आहरे लगा रहिंदा हाँ कि ਇਹ ਸਥਾਪਤੀ ਮੈਨੂੰ ਕੋਈ ਇਨਾਮ ਸ਼ਨਾਮ ਕਦੋਂ ਦੇਵੇਗੀ ਡੰਡੀ। ਇਨਾਮ ਸਨਮਾਨ ਦੀ ਝਾਕ ਵਿੱਚ ਕਈ ਵਾਰ ਤਾਂ ਮੇਰਾ ਰੋਣ ਨਿਕਲ ਜਾਂਦਾ ਹੈ ਡੰਡੀ। ਉਸ ਸਮੇਂ ਮੈਂ ਕੋਈ ਅੱਗ ਉਗਲਦੀ ਕਵਿਤਾ ਲਿਖਦਾ ਹਾਂ ਡੰਡੀ। ਕਵਿਤਾ ਵਿੱਚ ਹਰ ਸਾਲ ਡਟੇ ਰਹਿਣ ਦਾ ਸੰਦੇਸ਼ ਹੁੰਦਾ ਹੈ, ਪਰ ਮੈਂ ਹੀ ਜਾਣਦਾ ਹਾਂ ਕਿ ਮੇਰੇ ਅੰਦਰੋਂ ਕਿੰਨਾ ਡਿੱਗਿਆ ਹੁੰਦਾ ਹਾਂ ਡੰਡੀ। ਪਿੱਛੇ ਜਿਹੇ ਜਦੋਂ ਲੇਖਕਾਂ ਵੱਲੋਂ ਇਨਾਮ ਵਾਪਸੀ ਦੀ ਮੁਹਿੰਮ ਚੱਲੀ ਸੀ ਤਾਂ ਮੈਂ ਬਹੁਤ ਪਰੇਸ਼ਾਨ ਹੋਇਆ, ਕਿਉਂਕਿ ਮੇਰੇ ਕੋਲ ਮੋੜਨ ਵਾਲਾ ਕੁਝ ਹੈ ਹੀ ਨਹੀਂ ਸੀ ਡੰਡੀ। ਪੈਰਾ ਚੇਂਜ। ਹੁਣ ਜੇ ਹੋਵੇ ਲੇਖ ਤੇ ਹੋਵੇ ਵੀ ਪੰਜਾਬੀ ਦਾ ਤੇ ਉੱਤੋਂ ਹੋਵੇ ਖਾਸ ਕਿੱਤੇ ਵਾਲਾ ਤਾਂ ਨਿੰਮ ਤੇ ਕਰੇਲਾ ਚੜ੍ਹਨ ਵਾਲੀ ਗੱਲ ਹੋ ਜਾਂਦੀ ਹੈ ਡੰਡੀ। ਵੈਸੇ ਪਿੱਛੇ ਜਿਹੇ ਫੇਸਬੁੱਕ ਯੂਨੀਵਰਸਿਟੀ ਦੇ ਇੱਕ ਵਿਦਵਾਨ ਨੇ ਇਹ ਖੋਜ ਕੀਤੀ ਸੀ ਕਿ ਪੰਜਾਬੀ ਦੇ ਬਹੁਤੇ ਲੇਖਕ ਕਿੱਤੇ ਵਜੋਂ ਅਧਿਆਪਕ ਹਨ ਡੰਡੀ। ਮਾਂ ਬੋਲੀ ਦੀਆਂ ਲੱਤਾਂ ਘੁੱਟਣ ਵਾਲੇ ਐਨੇ ਵਿਦਵਾਨਾਂ ਦਾ ਇੱਕੇ ਮਹਿਕਮੇ 'ਚ ਹੋਣਾ ਵੱਡਾ ਕਾਰਨ ਉਸ ਵਿਦਵਾਨ ਨੇ ਇਹ ਦੱਸਿਆ ਕਿ ਇਹਨਾਂ ਕੋਲ ਵਿਹਲ ਬਹੁਤ ਹੁੰਦੀ ਹੈ, ਸਗੋਂ ਉਸ ਅਨੁਸਾਰ ਤਾਂ ਇਹ ਵਿਹਲੇ ਹੀ ਹੁੰਦੇ ਹਨ ਡੰਡੀ। ਇਹੀ ਗੱਲ ਮੇਰਾ ਪੁਲਸੀਆ ਮਿੱਤਰ ਵੀ ਕਹਿੰਦਾ ਹੈ ਡੰਡੀ। ਉਸ ਨੂੰ ਵੀ ਲਿਖਣ ਦਾ ਬਹੁਤ ਸ਼ੌਕ ਹੈ, ਪਰ ਟਾਈਮ ਨਹੀਂ ਮਿਲਦਾ ਡੰਡੀ। ਇੱਕ ਦਿਨ ਮੈਂ ਕਿਹਾ ਕਿ ਮਿੱਤਰਾ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਅੱਗੋਂ ਕਹਿਣ ਲੱਗਾ, ਭਰਾਵਾ ਕੀ ਕਰੀਏ, 20 ਸਾਲ ਦੀ ਨੌਕਰੀ ਕਰਕੇ ਐਸੀ ਆਦਤ ਪੈ ਗਈ ਹੈ ਕਿ ਹੱਥ ਪੈਨ ਵੱਲ ਵਧਾਈਏ ਪਰ ਜਾਂਦਾ ਡੰਡੇ ਵੱਲ ਹੈ ਡੰਡੀ। ਖੈਰ ਕਹਿੰਦੇ ਹੈ ਕਿ 12 ਸਾਲੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਡੰਡੀ। ਸੋ ਲੇਖਣ ਦੇ 13ਵੇਂ ਸਾਲ 'ਚ ਮੈਨੂੰ ਲੱਗਿਆ ਕਿ ਸਾਡੀ ਵੀ ਸੁਣੀ ਗਈ ਡੰਡੀ। ਸਾਡੇ ਬੁੱਧੀਜੀਵੀਆਂ ਦੇ ਮਹਿਕਮੇ ਨੂੰ ਅਚਾਨਕ ਹੀ ਆਪਣੇ ਲੇਖਕਾਂ ਦਾ ਮੋਹ ਜਾਗ ਪਿਆ ਡੰਡੀ। ਸਾਰੇ ਅਧਿਆਪਕ ਲੇਖਕਾਂ ਨੂੰ ਮੁੱਖ ਦਫ਼ਤਰ ਮਿਲਣੀ ਲਈ ਬੁਲਾ ਲਿਆ ਡੰਡੀ। ਪੈਰਾ ਚੇਂਜ। ਤੁਰਨ ਲੱਗਿਆਂ ਬਾਪੂ ਦਾ ਕਿਹਾ ਯਾਦ ਆਇਆ ਕਿ ਘੋੜੇ ਦੀ ਪਿਛਾੜੀ 'ਤੇ ਅਫਸਰਾਂ ਦੇ ਮੂਹਰੇ ਦੀ ਨਹੀਂ ਲੰਘਣਾ ਚਾਹੀਦਾ, ਪਰ ਹੁਣ ਤਾਂ ਜਾਣਾ ਹੀ ਪੈਣਾ ਸੀ ਡੰਡੀ। ਉੱਥੇ ਜਾ ਕੇ ਪਤਾ ਲੱਗਿਆ ਕਿ UNO ਐਵੇਂ ਭਕਾਈ ਮਾਰਦੀ ਹੈ ਬਈ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਖਤਮ ਹੋ ਜਾਵੇਗੀ ਡੰਡੀ। ਜਿਸ ਭਾਸ਼ਾ ਵਿੱਚ ਐਨੇ ਲੇਖਕ ਹੋਣ ਉਸ ਨੂੰ ਕੋਈ ਕਿਵੇਂ ਮਾਰ ਸਕਦਾ ਹੈ ਪ੍ਰਸ਼ਨ ਚਿੰਨ੍ਹ। ਹੈਰਾਨੀ ਇਹ ਸੀ ਕਿ ਪੰਜਾਬੀ ਦੀ ਕਿਤਾਬ ਮਸਾਂ 200 ਛਪਦੀ ਹੈ, ਪਰ ਇੱਥੇ ਤਾਂ ਲੇਖਕ ਹੀ 300 ਤੋਂ ਉੱਤੇ ਫਿਰਦੇ ਸਨ ਡੰਡੀ। ਮਾਂ ਬੋਲੀ ਦੀ ਸੇਵਾ ਕਰਨ ਵਾਲਿਆਂ ਦੀ ਗਿਣਤੀ ਅਤੇ ਉਤਸ਼ਾਹ ਵੇਖ ਕੇ ਸੀਨਾ ਇੰਨਾ ਚੌੜਾ ਹੋ ਗਿਆ ਕਿ पंजाबी शॉर्ट हैंड डिक्टेशन स्पीड 100 शब्द प्रति मिनट बी रेडी स्टार्ट।
ਕਿਸੇ ਵੇਲੇ 12 ਜੁਲਾਈ ਦਾ ਦਿਨ ਅਮਰੀਕਾ ਵਿਖੇ ਲੋਕਾਂ ਅੰਦਰ ਕਾਗਜ਼ ਦੇ ਬਣੇ ਲਿਫਾਫਿਆਂ ਦੀ ਵਰਤੋਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪੋਲੀਥੀਨ ਜਾਂ ਪਲਾਸਟਿਕ ਦੇ ਲਿਫਾਫੇ ਆਦਿ ਦੀ ਵਰਤੋਂ ਘੱਟ ਕਰਨ ਸੰਬੰਧੀ ਲੋਕ ਲਹਿਰ ਪੈਦਾ ਕਰਨ ਹਿੱਤ ਕਾਗਜ਼ੀ ਲਿਫਾਫੇ ਦਿਵਸ ਮਨਾਇਆ ਜਾਂਦਾ ਸੀ। ਪਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਾਰਨ ਵਿਸ਼ਵ ਪੱਧਰ 'ਤੇ ਪੈਦਾ ਹੋ ਰਹੇ ਪ੍ਰਦੂਸ਼ਣ ਤੇ ਇਸ ਪ੍ਰਦੂਸ਼ਣ ਦੇ ਨਿਕਲ ਰਹੇ ਘਾਤਕ ਨਤੀਜਿਆਂ ਕਰਕੇ ਹੁਣ ਇਹ ਦਿਵਸ ਪੂਰੀ ਦੁਨੀਆ ਅੰਦਰ ਮਨਾਇਆ ਜਾਂਦਾ ਹੈ ਤੇ ਪ੍ਰਦੂਸ਼ਣ ਦੀ ਭਾਰੀ ਮਾਰ ਸਹਿ ਰਹੇ ਭਾਰਤ ਅੰਦਰ ਤਾਂ ਇਸ ਦਿਵਸ ਨੂੰ ਮਨਾਏ ਜਾਣ ਦੀ ਭਾਰੀ ਲੋੜ ਹੈ, ਕਿਉਂਕਿ ਇੱਥੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਅੰਨ੍ਹੇਵਾਹ ਅਤੇ ਬਿਨਾਂ ਸੋਚੇ ਸਮਝੇ ਕੀਤੀ ਜਾ ਰਹੀ ਹੈ। ਡੰਡੀ ਪੈਰਾਚੇਂਜ। ਸਾਨੂੰ ਭਾਰਤ ਵਾਸੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪਲਾਸਟਿਕ ਦੇ ਲਿਫਾਫੇ ਵਰਤਣੇ ਜਿੰਨੇ ਸੌਖੇ ਹਨ, ਉਹਨਾਂ ਨੂੰ ਖਤਮ ਕਰਨਾ ਓਨਾ ਹੀ ਔਖਾ ਹੈ, ਕਿਉਂਕਿ ਇਹ ਲਿਫਾਫੇ ਪਾਣੀ ਜਾਂ ਮਿੱਟੀ ਵਿੱਚ ਆਸਾਨੀ ਨਾਲ ਨਹੀਂ ਗਲਦੇ ਤੇ ਨਾ ਕੇਵਲ ਇਹ ਨਾਲੀਆਂ ਤੇ ਨਾਲਿਆਂ ਵਿੱਚ ਡੱਕਾ ਲਗਾ ਕੇ ਸੀਵਰੇਜ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਮਿੱਟੀ ਵਿੱਚ ਨਾ ਗਲਣ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ 'ਤੇ ਵੀ ਬੁਰਾ ਅਸਰ ਪਾਉਂਦੇ ਹਨ। ਡੰਡੀ। ਹੋਰ ਤਾਂ ਹੋਰ ਇਹਨਾਂ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਹਵਾ ਨੂੰ ਗੰਧਲਾ ਕਰ ਜਾਂਦੀ ਹੈ, ਪਰ ਇਸ ਦੇ ਬਿਲਕੁਲ ਉਲਟ ਕਾਗਜ਼ ਦੇ ਬਣੇ ਲਿਫਾਫੇ ਵਾਤਾਵਰਣ ਦੇ ਦੋਖੀ ਨਹੀਂ ਹੁੰਦੇ ਤੇ ਜ਼ਮੀਨ ਵਿੱਚ ਆਸਾਨੀ ਨਾਲ ਜਜ਼ਬ ਹੋ ਜਾਂਦੇ ਹਨ। ਡੰਡੀ। ਵਿਗਿਆਨਕ ਤੌਰ 'ਤੇ ਬਾਇਓਡਿਗ੍ਰੇਡੇਬਲ ਹੋਣ ਕਰਕੇ ਇਹ ਮਨੁੱਖੀ ਸਿਹਤ ਲਈ ਹਾਨੀਕਾਰਕ ਨਹੀਂ ਹਨ। ਡੰਡੀ। ਇਹਨਾਂ ਕਾਗਜ਼ੀ ਲਿਫਾਫਿਆਂ ਦਾ ਨਿਰਮਾਣ ਨਵਿਆਉਣਯੋਗ ਪਦਾਰਥਾਂ ਤੋਂ ਹੁੰਦਾ ਹੈ ਤੇ ਇਹਨਾਂ ਨੂੰ ਰੀਸਾਈਕਲ ਵੀ ਕੀਤਾ ਜਾ ਸਕਦਾ ਹੈ। ਡੰਡੀ। ਉਂਝ ਕਿਉਂਕਿ ਇਹ ਲਿਫਾਫੇ ਵੀ ਵਾਰ-ਵਾਰ ਨਹੀਂ ਵਰਤੇ ਜਾ ਸਕਦੇ, ਇਸ ਲਈ ਕੱਪੜੇ ਦੇ ਬਣੇ ਧੋਣਯੋਗ ਅਤੇ ਵਾਰ-ਵਾਰ ਵਰਤਣਯੋਗ ਥੈਲੇ ਪਲਾਸਟਿਕ ਦੇ ਲਿਫਾਫਿਆਂ ਦਾ ਵਧੀਆ ਬਦਲ ਹਨ। ਡੰਡੀ ਪੈਰਾਚੇਂਜ। ਉਂਝ ਇਸ ਦਿਵਸ ਦਾ ਇਤਿਹਾਸਕ ਪੱਖ ਇਹ ਹੈ ਕਿ ਸੰਨ 1852 ਵਿੱਚ ਇੱਕ ਅਮਰੀਕੀ ਅਧਿਆਪਕ ਤੋਂ ਪਾਦਰੀ ਬਣੇ ਫਰਾਂਸਿਸ ਵੂਲੇ ਨੇ ਸਭ ਤੋਂ ਪਹਿਲੀ ਕਾਗਜ਼ ਦੇ ਲਿਫਾਫੇ ਬਣਾਉਣ ਵਾਲੀ ਮਸ਼ੀਨ ਦੀ ਕਾਢ ਕੱਢੀ ਸੀ ਤੇ ਉਸਦੇ ਭਰਾ ਨੇ ਸਭ ਤੋਂ ਪਹਿਲੀ ਕਾਗਜ਼ ਦੇ ਲਿਫਾਫੇ ਬਣਾਉਣ ਵਾਲੀ ਕੰਪਨੀ ਦੀ ਸਥਾਪਨਾ ਕੀਤੀ ਸੀ। ਡੰਡੀ। ਇਸ ਉਪਰੰਤ ਇਹਨਾਂ ਦੋਵਾਂ ਭਰਾਵਾਂ ਨੇ ਜਾਰਜੀਆ ਖੇਤਰ ਵਿੱਚ ਇੱਕ ਕਾਗਜ਼ ਦੀ ਮਿੱਲ ਦੀ ਸਥਾਪਨਾ ਕੀਤੀ ਸੀ, ਜਿੱਥੇ 1000 ਫੁੱਟ ਕਾਗਜ਼ ਪ੍ਰਤੀ ਮਿੰਟ ਦੇ ਹਿਸਾਬ ਨਾਲ ਬਣਦਾ ਸੀ ਤੇ ਇਸ ਨੂੰ ਵੇਖਣ ਲਈ ਸੈਲਾਨੀ ਵੱਡੀ ਗਿਣਤੀ ਵਿੱਚ ਆਉਂਦੇ ਸਨ। ਡੰਡੀ। ਇਸ ਮਿੱਲ ਵਿੱਚ 500 ਤੋਂ ਵੱਧ ਕਾਮੇ ਕੰਮ ਕਰਦੇ ਸਨ। ਡੰਡੀ। ਸੰਨ 1871 ਵਿੱਚ ਮਾਰਗਰੇਟ ਈ ਨਾਈਟ ਨਾਮਕ ਔਰਤ ਨੇ ਫਰਾਂਸਿਸ ਵੂਲੇ ਦੇ ਲਿਫਾਫਿਆਂ ਦੇ ਡਿਜ਼ਾਈਨ ਵਿੱਚ ਸੁਧਾਰ ਕਰਦਿਆਂ ਹੋਇਆਂ ਚੌਰਸ ਥੱਲੇ ਵਾਲੇ ਲਿਫਾਫਿਆਂ ਦੀ ਕਾਢ ਕੱਢ ਦਿੱਤੀ, ਜੋ ਕਿ ਅੱਗੇ ਜਾ ਕੇ ਗਰੋਸਰੀ ਬੈਗਜ਼ ਵਜੋਂ ਬਹੁਤ ਪ੍ਰਚਲਿਤ ਹੋਏ। ਡੰਡੀ। ਸੰਨ 1883 ਵਿੱਚ ਚਾਰਲਸ ਸਟਿਲਵੈਲ ਨਾਮਕ ਸ਼ਖਸ ਨੇ ਅਤੇ ਸੰਨ 1912 ਵਿੱਚ ਵਾਲਟਰ ਡਿਬੈਨਰ ਨੇ ਲਿਫਾਫਿਆਂ ਨੂੰ ਆਸਾਨੀ ਨਾਲ ਫੜਨ ਲਈ ਇਹਨਾਂ ਦੇ ਸੁਖਾਲੇ ਜਾਂ ਡੋਰੀ ਵਾਲੇ ਹੈਂਡਲ ਤਿਆਰ ਕੀਤੇ ਅਤੇ ਕਾਗਜ਼ੀ ਲਿਫਾਫਿਆਂ ਦੇ ਅਜੋਕੇ ਪ੍ਰਚਲਿਤ ਆਕਾਰ ਤੇ ਦਿੱਖ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ। ਬੀ ਰੈਡੀ। ਸਟਾਰਟ। ਹੁਣ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਬਣਾਈ ਗਈ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਕਿਹਾ ਹੈ ਕਿ ਸਤਲੁਜ ਦਰਿਆ ਦੇ ਕੰਢੇ ਉੱਪਰ ਇਹ ਟੈਕਸਟਾਈਲ ਸਨਅਤੀ ਪਾਰਕ ਨਹੀਂ ਬਣਾਇਆ ਜਾਏਗਾ, ਕਿਉਂਕਿ ਇਸ ਨਾਲ ਵੱਡੀ ਗਿਣਤੀ ਵਿੱਚ ਦਰੱਖਤਾਂ ਦਾ ਵੀ ਸਫਾਇਆ ਹੋਣਾ ਤੈਅ ਸੀ ਅਤੇ ਦਰਿਆ ਦੇ ਪਾਣੀ ਨੇ ਵੀ ਪ੍ਰਦੂਸ਼ਿਤ ਹੋਣਾ ਸੀ। ਡੰਡੀ ਮੁੱਖ ਮੰਤਰੀ ਨੇ ਸੂਬੇ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਵੀ ਆਪਣੀ ਵਚਨਬੱਧਤਾ ਦੁਹਰਾਈ ਹੈ। ਡੰਡੀ ਅਸੀਂ ਮੁੱਖ ਮੰਤਰੀ ਵੱਲੋਂ ਪ੍ਰਗਟਾਏ ਅਜਿਹੇ ਵਿਚਾਰਾਂ ਦੀ ਪ੍ਰਸ਼ੰਸਾ ਕਰਦੇ ਹਾਂ, ਕਿਉਂਕਿ ਅੱਜ ਵਿਕਾਸ ਤੇ ਵਾਤਾਵਰਣ ਸੰਬੰਧੀ ਸਰਕਾਰਾਂ ਦਰਮਿਆਨ ਸੁਚੇਤ ਹੋ ਕੇ ਤਵਾਜ਼ਨ ਬਣਾਉਣ ਦੀ ਵੱਡੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਡੰਡੀ ਪਿਛਲੇ ਸਮੇਂ ਵਿੱਚ ਜਿੱਥੇ ਹਰ ਪੱਖ ਤੋਂ ਸੂਬੇ ਦੇ ਵਾਤਾਵਰਣ ਨੂੰ ਵੱਡਾ ਖੋਰਾ ਲੱਗਾ ਹੈ, ਉੱਥੇ ਸਨਅਤੀ ਖੇਤਰ ਵਿੱਚ ਵੀ ਅਨੇਕਾਂ ਕਾਰਨਾਂ ਕਰਕੇ ਇਹ ਬੁਰੀ ਤਰ੍ਹਾਂ ਪਛੜ ਗਿਆ ਹੈ। ਡੰਡੀ ਪਿਛਲੇ ਦਹਾਕਿਆਂ ਵਿੱਚ ਸੂਬੇ ਵਿੱਚ ਵੱਡੀ ਪੱਧਰ 'ਤੇ ਸ਼ਹਿਰੀਕਰਨ ਹੋਣ ਕਰਕੇ ਨਵ ਉਸਾਰੀਆਂ ਹੋਈਆਂ ਹਨ। ਡੰਡੀ ਅੱਜ ਬਹੁਤੇ ਕਸਬੇ ਅਤੇ ਸ਼ਹਿਰ ਤਾਂ ਜਿਵੇਂ ਇੱਟਾਂ ਤੇ ਸੀਮੈਂਟ ਦੇ ਜੰਗਲ ਹੀ ਬਣ ਗਏ ਹੋਣ। ਡੰਡੀ ਅਜਿਹੀ ਉਸਾਰੀ ਹੋਣਾ ਵੱਧਦੀ ਹੋਈ ਆਬਾਦੀ ਕਰਕੇ ਭਾਵੇਂ ਜ਼ਰੂਰੀ ਹੋ ਗਿਆ ਸੀ, ਪਰ ਇਸ ਦੇ ਨਾਲ ਵਾਤਾਵਰਣ ਦੇ ਮਹੱਤਵਪੂਰਨ ਪਹਿਲੂਆਂ ਨੂੰ ਵੀ ਕਦਾਚਿਤ ਵਿਸਾਰਨਾ ਨਹੀਂ ਸੀ ਚਾਹੀਦਾ। ਡੰਡੀ ਕਦੀ ਪੰਜਾਬ ਦੀ ਇਹ ਧਰਤੀ ਜੰਗਲਾਂ ਅਤੇ ਹਰਿਆਲੀ ਨਾਲ ਭਰਪੂਰ ਸੀ। ਡੰਡੀ ਅੱਜ ਅਨੇਕਾਂ ਕਾਰਨਾਂ ਕਰਕੇ ਇਸ ਦਾ ਰੂਪ ਤੇ ਸਰੂਪ ਤੇਜ਼ੀ ਨਾਲ ਬਦਲ ਰਿਹਾ ਹੈ। ਡੰਡੀ ਫਿਰ ਵੀ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਜਿੰਨੀ ਗਿਣਤੀ ਵਿੱਚ ਉਸਾਰੀਆਂ ਕਾਰਨ ਦਰੱਖਤ ਕੱਟੇ ਜਾਂਦੇ ਹਨ, ਉਸ ਤੋਂ ਕਿਤੇ ਵਧੇਰੇ ਗਿਣਤੀ ਵਿੱਚ ਇਹਨਾਂ ਨੂੰ ਮੁੜ ਉਗਾਉਣ ਦੇ ਯਤਨ ਕੀਤੇ ਜਾਣ। ਡੰਡੀ ਜੇਕਰ ਵੱਡੀ ਪੱਧਰ 'ਤੇ ਸੜਕਾਂ ਬਣਨੀਆਂ ਹਨ ਜਾਂ ਚੌੜੀਆਂ ਹੋਣੀਆਂ ਹਨ, ਤਾਂ ਇਸ ਦੇ ਨਾਲ ਵੱਡੀ ਪੱਧਰ 'ਤੇ ਬੂਟੇ ਲਗਾਉਣ ਦੀ ਯੋਜਨਾ ਵੀ ਬਣਨੀ ਚਾਹੀਦੀ ਹੈ ਅਤੇ ਉਸ ਨੂੰ ਹਰ ਹੀਲੇ ਸਿਰੇ ਚੜ੍ਹਾਇਆ ਜਾਣਾ ਚਾਹੀਦਾ ਹੈ। ਡੰਡੀ ਅਸੀਂ ਇਹ ਦੇਖਿਆ ਹੈ ਕਿ ਪਿਛਲੇ ਸਮੇਂ ਤੋਂ ਰੁੱਖ ਲਗਾਉਣ ਸੰਬੰਧੀ ਅਤੇ ਪ੍ਰਦੂਸ਼ਣ ਘਟਾਉਣ ਸੰਬੰਧੀ ਸਮਾਜ ਵਿੱਚ ਚੇਤਨਾ ਜ਼ਰੂਰ ਪੈਦਾ ਹੋ ਰਹੀ ਹੈ। ਡੰਡੀ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀਆਂ ਮੁਹਿੰਮਾਂ ਵੀ ਵਿੱਢੀਆਂ ਗਈਆਂ ਹਨ। ਡੰਡੀ ਪੈਰਾ ਚੇਂਜ ਧਰਤੀ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਜਾਂ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਚਾਹੇ ਕਿਸੇ ਵੀ ਪੱਧਰ 'ਤੇ ਆਰੰਭੇ ਗਏ ਯਤਨ ਅੱਧੇ ਅਧੂਰੇ ਹੀ ਦਿਖਾਈ ਦਿੰਦੇ ਹਨ, ਪਰ ਇਹਨਾਂ ਪੱਖਾਂ ਪ੍ਰਤੀ ਪੈਦਾ ਹੋ ਰਹੀ ਚੇਤਨਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਨੂੰ ਹੋਰ ਵੀ ਵਧਾਇਆ ਜਾਣਾ ਚਾਹੀਦਾ ਹੈ। ਡੰਡੀ ਪਿਛਲੀਆਂ ਸਰਕਾਰਾਂ ਨੇ ਦਰਿਆਵਾਂ ਦਾ ਪ੍ਰਦੂਸ਼ਣ ਘਟਾਉਣ ਦੇ ਕੁਝ ਯਤਨ ਜ਼ਰੂਰ ਕੀਤੇ ਸਨ, ਪਰ ਅਫਸੋਸ ਦੀ ਗੱਲ ਹੈ ਕਿ ਇਹ ਯਤਨ ਅੱਧੇ ਅਧੂਰੇ ਹੀ ਰਹੇ ਹਨ। ਡੰਡੀ ਅੱਜ ਦਰਿਆਵਾਂ ਵਿੱਚ ਪਾਣੀਆਂ ਅੰਦਰ ਅਨੇਕਾਂ ਅਜਿਹੇ ਰਸਾਇਣਕ ਤੱਤ ਵਹਿ ਰਹੇ ਹਨ ਜੋ ਮਨੁੱਖੀ ਜੀਵਨ ਲਈ ਵੀ ਤੇ ਇਸ ਧਰਤੀ ਲਈ ਵੀ ਘਾਤਕ ਹਨ। ਡੰਡੀ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਪਤਾਲ ਵਿੱਚ ਪਹੁੰਚ ਗਿਆ ਹੈ ਅਤੇ ਜੰਗਲ 4% ਹੀ ਬਚੇ ਰਹਿ ਗਏ ਹਨ, ਜਦੋਂ ਕਿ ਸੂਬੇ ਵਿੱਚ ਇਹਨਾਂ ਦਾ ਘੱਟੋ ਘੱਟ 33% ਹੋਣਾ ਜ਼ਰੂਰੀ ਹੈ। ਡੰਡੀ